ਹੈਲੋ ਮਾਈ ਡੀਅਰ ਸਟੂਡੈਂਟਸ, ਰਜੇ ਈ ਬਿਜ਼ਨਸ ਦਾ ਆਪਣਾ ਨੈਕਸਟ ਜਿਹੜਾ ਟੌਪਿਕ ਚੱਲ ਰਿਹਾ ਉਹ ਕੰਟੀਨਿਊ ਕਰਦੇ ਹਾਂ। ਈ ਬਿਜ਼ਨਸ ਦੇ ਵਿੱਚ ਆਪਾਂ ਈ ਕਾਮਰਸ ਬਾਰੇ ਪੜ੍ਹ ਰਹੇ ਸੀਗੇ, ਉਹਦਾ ਮੀਨਿੰਗ, ਫੀਚਰਸ, ਐਡਵਾਂਟੇਜਸ, ਡਿਸਐਡਵਾਂਟੇਜਸ ਆਪਾਂ ਰੀਡ ਕਰ ਲਈਆਂ ਸੀਗੀਆਂ। ਨੈਕਸਟ ਟੌਪਿਕ ਆਉਂਦਾ ਰਾਜੇ ਸਕੋਪ, ਵੀ ਈ ਬਿਜ਼ਨਸ ਦਾ ਜਿਹੜਾ ਸਕੋਪ ਕੀ ਹੈ, ਮਤਲਬ ਕਿ ਇਹਨੂੰ ਕਿੱਥੇ ਕਿੱਥੇ ਯੂਜ਼ ਕੀਤਾ ਜਾਂਦਾ ਗਾ। ਸਭ ਤੋਂ ਪਹਿਲਾਂ ਆਉਂਦਾ ਈ ਪੇਮੈਂਟ। ਈ ਪੇਮੈਂਟ ਦਾ ਮਤਲਬ ਕੀ ਹੁੰਦਾ ਜੀ, ਜਦੋਂ ਆਪਾਂ ਇਲੈਕਟ੍ਰੋਨਿਕ ਵੇ ਦੇ ਨਾਲ ਕੋਈ ਨਗਦ ਭੁਗਤਾਨ ਕਰਦੇ ਹਾਂ, ਮਤਲਬ ਕੈਸ਼ ਦੀ ਪੇਮੈਂਟ ਕਰਦੇ ਹਾਂ, ਤਾਂ ਉਹਨੂੰ ਆਪਾਂ ਈ ਪੇਮੈਂਟ ਬੋਲਦੇ ਹਾਂ। ਇਹ ਤਾਂ ਹੀ ਪੋਸੀਬਲ ਹੋਏਗਾ ਜੇਕਰ ਤੁਸੀਂ ਈ ਕਮਰਸ ਨਾਲ ਰਿਲੇਟਡ ਹੋ, ਠੀਕ ਹੈ। ਜਦੋਂ ਆਪਾਂ ਔਨਲਾਈਨ ਕੋਈ ਵੀ ਚੀਜ਼ ਮੰਗਵਾਉਂਦੇ ਹਾਂ ਤਾਂ ਉਹ ਕਈ ਵਾਰੀ ਈ ਪੇਮੈਂਟ ਆਪਾਂ ਨੂੰ ਕਰਨੀ ਪੈਂਦੀ ਹੈ, ਚਾਹੇ ਉਹ ਆਪਾਂ ਪੇਟੀਐਮ ਤੋਂ ਕਰੀਏ, ਚਾਹੇ ਆਪਾਂ ਬੈਂਕ ਦੀ ਟ੍ਰਾਂਜੈਕਸ਼ਨਸ ਤੋਂ ਕਰੀਏ, ਠੀਕ ਹੈ। ਅਤੇ ਉਹਨੂੰ ਆਪਾਂ ਈ ਪੇਮੈਂਟ ਦਾ ਨਾਮ ਦਿੰਦੇ ਹਾਂ, ਯਾਨੀ ਕਿ ਇਲੈਕਟ੍ਰੋਨਿਕ ਵੇ ਦੇ ਨਾਲ ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਪੇਮੈਂਟ ਕਰਦੇ ਹਾਂ, ਠੀਕ ਹੈ, ਉੱਥੇ ਈ ਕਮਰਸ ਯੂਜ਼ ਹੁੰਦਾ। ਸੈਕਿੰਡ, ਈ ਬੈਂਕਿੰਗ। ਹੁਣ ਜਿਵੇਂ ਦੇਖਿਆ, ਈ ਬੈਂਕਿੰਗ ਦਾ ਮਤਲਬ ਹੁੰਦਾ 24 ਆਵਰਸ ਬੈਂਕਿੰਗ। ਤੁਸੀਂ ਘਰ ਬੈਠੇ ਹੀ ਆਪਣੀਆਂ ਬੈਂਕਿੰਗ ਦੀਆਂ ਫੈਸਿਲਿਟੀਜ਼ ਨੂੰ ਯੂਜ਼ ਕਰ ਸਕਦੇ ਹੋ। ਤੁਸੀਂ ਘਰ ਬੈਠੇ ਹੀ ਲੈਣ ਦੇਣ ਕਰ ਸਕਦੇ ਹੋ ਮੋਬਾਈਲ ਦੇ ਥਰੂ, ਹੈ ਨਾ। ਸਿਰਫ ਇੰਟਰਨੈਟ ਹੋਣਾ ਚਾਹੀਦਾ ਗਾ। ਉਹ ਵੀ ਤਾਂ ਹੀ ਪੋਸੀਬਲ ਹੈ ਜੇਕਰ ਈ ਕਮਰਸ ਹੋਏਗਾ, ਯਾਨੀ ਕਿ ਈ ਬੈਂਕਿੰਗ ਵੀ ਈ ਕਮਰਸ ਨਾਲ ਹੀ ਰਿਲੇਟਡ ਹੈ। ਈ ਮਾਰਕੀਟਿੰਗ ਦਾ ਮਤਲਬ ਹੁੰਦਾ ਔਨਲਾਈਨ ਮਾਰਕੀਟਿੰਗ ਕਰਨੀ, ਠੀਕ ਹੈ ਜੀ। ਇਹਦੇ ਵਿੱਚ ਹੁਣ ਬਹੁਤ ਸਾਰੇ ਵਪਾਰੀ ਜਿਹੜੇ ਨੇ, ਯਾਨੀ ਕਿ ਬਿਜ਼ਨਸਮੈਨਸ ਨੇ, ਉਹ ਕੀ ਕਰਦੇ ਨੇ, ਈ ਮਾਰਕੀਟਿੰਗ ਕਰਨ ਲੱਗ ਗਏ ਨੇ। ਹੁਣ ਜਿਸ ਤਰ੍ਹਾਂ ਲੋਕਡਾਊਨ ਦਾ ਪੀਰੀਅਡ ਵੀ ਚੱਲ ਰਿਹਾ, ਤਾਂ ਮੋਸਟਲੀ ਔਨਲਾਈਨ ਜਿਹੜਾ ਪ੍ਰੋਡਕਟ ਦੀ ਖਰੀਦ ਪਰਚੇਜ਼ ਜਿਹੜੀ ਆ ਉਹ ਹੋ ਰਹੀ ਹੈ, ਠੀਕ ਹੈ ਜੀ। ਉੱਥੇ ਵੀ ਈ ਕਮਰਸ ਯਾਨੀ ਕਿ ਈ ਮਾਰਕੀਟਿੰਗ ਵਿੱਚ ਸਕੋਪ ਹੈਗਾ ਗਾ, ਠੀਕ ਹੈ ਜੀ। ਈ ਮਾਰਕੀਟਿੰਗ ਦੇ ਵਿੱਚ ਈ ਕਮਰਸ ਦਾ ਸਕੋਪ ਵੀ ਹੈ। ਨੈਕਸਟ ਆਉਂਦਾ ਜੀ ਈ ਸਿਕਿਉਰਿਟੀ। ਹੁਣ ਦੇਖੋ, ਇਲੈਕਟ੍ਰੋਨਿਕ ਵੇ ਦੇ ਨਾਲ ਤੁਸੀਂ ਜੇ ਕੋਈ ਲੈਣ ਦੇਣ ਕਰਨਾ ਤਾਂ ਓਬਵੀਅਸ ਜੀ ਗੱਲ ਆ, ਤੁਹਾਨੂੰ ਸਿਕਿਉਰਿਟੀ ਦੀ ਵੀ ਲੋੜ ਪੈਂਦੀ ਹੈ, ਠੀਕ ਹੈ। ਤੁਹਾਨੂੰ ਇਹ ਹੁੰਦਾ ਕਿ ਤੁਹਾਡੇ ਵਾਇਰਸ ਨਾ, ਮਤਲਬ ਫ਼ੋਨ ਦੇ ਵਿੱਚ ਜਾਂ ਮੋਬਾਈਲ ਦੇ ਵਿੱਚ, ਲੈਪਟਾਪ ਦੇ ਵਿੱਚ ਵਾਇਰਸ ਨਾ ਐਂਟਰ ਹੋ ਜੇ, ਹੈ ਨਾ। ਜਾਂ ਫਿਰ ਜਿਹੜੀ ਤੁਸੀਂ ਪੇਮੈਂਟ ਕਰਦੇ ਹੋ ਉਹ ਤੋਂ ਕੋਈ ਧੋਖਾ ਜਾਂ ਫਰੋਡ ਨਾ ਹੋ ਜੇ, ਤਾਂ ਉਹਦੇ ਵਾਸਤੇ ਤੁਸੀਂ ਈ ਸਿਕਿਉਰਿਟੀਜ਼ ਵੀ ਲੈ ਸਕਦੇ ਹੋ, ਠੀਕ ਹੈ। ਅਤੇ ਈ ਸਿਕਿਉਰਿਟੀਜ਼ ਵੀ ਈ ਕਮਰਸ ਦਾ ਇੱਕ ਹਿੱਸਾ ਹੈ। ਈ ਗਵਰਨੈਂਸ ਦਾ ਮਤਲਬ ਹੁੰਦਾ ਈ ਪ੍ਰਸ਼ਾਸਨ, ਠੀਕ ਹੈ। ਜੋ ਵੀ ਸਰਕਾਰ ਨੇ ਸਰਕਾਰੀ ਕੰਮ ਇੰਟਰਨੈਟ ਨਾਲ ਜੋੜਤੇ, ਠੀਕ ਹੈ। ਪਹਿਲਾਂ ਸਰਕਾਰ ਆਪਣੀ ਵੈਬਸਾਈਟ ਤੋਂ ਨੋਟੀਫਿਕੇਸ਼ਨ ਭੇਜੇਗੀ ਕਿ ਆਮ ਲੋਕਾਂ ਨੂੰ ਕਿ ਤੁਸੀਂ ਇਸ ਵੈਬਸਾਈਟ 'ਤੇ ਹੀ ਓਪਨ ਕਰਨਾ ਆਪਣਾ ਫੋਰਮ, ਇਸੇ ਵੈਬਸਾਈਟ 'ਤੇ ਆਪਣੀ ਫੀ ਜਿਹੜੀ ਆ ਪੇਮੈਂਟ ਕਰਨੀ ਆ, ਠੀਕ ਹੈ। ਮਤਲਬ ਅਲੱਗ ਅਲੱਗ ਤਰ੍ਹਾਂ ਦੇ ਲੋਜ਼ ਬਣਾਤੇ ਆ ਵੀ ਉਸੇ ਅਕੋਰਡਿੰਗ ਹੀ ਤੁਸੀਂ ਔਨਲਾਈਨ ਜਿਹੜੇ ਟ੍ਰਾਂਜੈਕਸ਼ਨਸ ਕਰ ਸਕਦੇ ਹੋ। ਮਤਲਬ ਇਹ ਤਾਂ ਸੀਗੇ ਸਕੋਪ ਜਿੱਥੇ ਈ ਕਮਰਸ ਦਾ ਖੇਤਰ ਬਣਿਆ ਹੋਇਆ। ਨੈਕਸਟ ਆਉਂਦਾ ਵੈਰੀ ਇੰਪੋਰਟੈਂਟ ਟੌਪਿਕ, ਦੈਟ ਇਜ਼ ਈ ਕਮਰਸ ਦੀਆਂ ਟਾਈਪਸ, ਠੀਕ ਹੈ, ਜਿਹਨੂੰ ਆਪਾਂ ਬੇਸਿਕ ਮਾਡਲਸ ਵੀ ਕਹਿੰਦੇ ਹਾਂ। 7 ਤਰ੍ਹਾਂ ਦੀਆਂ ਟਾਈਪਸ ਜਿਹੜੀਆਂ ਆਪਾਂ ਡਿਸਕਸ ਕਰਨੀਆਂ ਨੇ। ਪਹਿਲੀ ਟਾਈਪ ਆਉਂਦੀ ਹੈ ਰਾਜੇ B2C। B ਮਤਲਬ ਬਿਜ਼ਨਸ, ਟੂ ਕਸਟਮਰ, ਠੀਕ ਹੈ। ਹੁਣ ਇਹਦੇ ਵਿੱਚ ਇਸ ਮਾਡਲ 'ਚ ਕੀ ਹੋਏਗਾ ਕਿ ਇੱਕ ਵਿਅਕਤੀ ਇੱਕ ਵਸਤੂਆਂ ਵੇਚਣ ਵਾਲੀ ਦੁਕਾਨ, ਦੋ ਚੀਜ਼ਾਂ ਹੋ ਗਈਆਂ। ਇੱਕ ਵਿਅਕਤੀ ਹੋਏਗਾ, B ਬਿਜ਼ਨਸ ਹੋ ਗਿਆ, ਇੱਕ ਵਪਾਰੀ ਹੋ ਗਿਆ, ਇੱਕ ਕਸਟਮਰ ਹੋ ਗਿਆ, ਠੀਕ ਹੈ। ਯਾਨੀ ਕਿ ਦੋਨਾਂ ਦੇ ਵਿੱਚ ਜਿਹੜਾ ਲੈਣ ਦੇਣ ਹੋਏਗਾ, ਉਸ ਲੈਣ ਦੇਣ ਨੂੰ B2C ਬੋਲਦੇ ਹਨ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਹੁਣ ਜਿਵੇਂ ਆਪਣੀ ਕੋਈ ਵੀ ਇੱਕ ਬਿਜ਼ਨਸਮੈਨ ਆ, ਜੇਕਰ ਆਪਾਂ ਨੂੰ ਔਨਲਾਈਨ ਸਾਈਟ ਦੇ ਦਿੰਦਾ ਗਾ, ਠੀਕ ਹੈ। ਜਿਵੇਂ ਹੁਣ ਆਪਾਂ ਸਨੈਪਡੀਲ ਨਾਲ ਡੀਲ ਕਰਦੇ ਹਾਂ, ਫਲਿੱਪਕਾਰਟ ਨਾਲ ਕਰਦੇ ਹਾਂ, ਐਮਾਜੋਨ ਹੈ, ਇਹ ਕੀ ਹੈ, B2C ਹੈ ਕਿ ਬਿਜ਼ਨਸ ਕਸਟਮਰਸ ਨਾਲ ਲੈਣ ਦੇਣ ਕਰ ਰਿਹਾ ਹੈਗਾ, ਤਾਂ ਉਸ ਵੇਲੇ ਕਿਹੜਾ ਈ ਕਮਰਸ ਯੂਜ਼ ਹੁੰਦਾ, B2C, ਠੀਕ ਹੈ ਜੀ। ਯਾਨੀ ਕਿ ਆਪਾਂ ਘਰੋਂ ਬੈਠੇ ਹੀ ਉਸ ਵੈਬਸਾਈਟ ਨੂੰ ਖੋਲ੍ਹ ਕੇ ਉਹ ਤੋਂ ਜਿਹੜੀ ਸਾਨੂੰ ਪ੍ਰੋਡਕਟ ਅੱਛੀ ਲੱਗਦੀ ਹੈ ਉਹਦੀ ਪ੍ਰੋਪਰ ਨੌਲੇਜ ਲੈ ਕੇ ਤੁਸੀਂ ਉਹਨੂੰ ਔਡਰ ਕਰਕੇ ਘਰ ਮੰਗਵਾ ਸਕਦੇ ਹੋ, ਉਹਨੂੰ ਬੋਲਦੇ ਆ B2C ਈ ਕਮਰਸ। ਨੈਕਸਟ ਆਉਂਦਾ ਜੀ B2B, ਮੀਨਸ ਬਿਜ਼ਨਸ ਟੂ ਬਿਜ਼ਨਸ। ਹੁਣ ਇਹਦੇ ਵਿੱਚ ਕਸਟਮਰ ਨਾਲ ਤਾਂ ਕੋਈ ਲੈਣ ਦੇਣ ਨਹੀਂ। ਜਦੋਂ ਇੱਕ ਵਪਾਰ ਦੂਜੇ ਵਪਾਰ ਦੇ ਨਾਲ ਲੈਣ ਦੇਣ ਕਰਦਾ ਇੰਟਰਨੈਟ ਦੇ ਥਰੂ, ਤਾਂ ਉਹਨੂੰ ਆਪਾਂ B2B ਬੋਲਦੇ ਹਾਂ। ਹੁਣ ਕਈ ਅਜਿਹੀਆਂ ਕੰਪਨੀਜ਼ ਨੇ ਜਿਨ੍ਹਾਂ ਨੂੰ ਜਿਵੇਂ ਕੱਚਾ ਮਾਲ ਵੀ ਚਾਹੀਦਾ ਹੈਗਾ, ਠੀਕ ਹੈ। ਜਿਵੇਂ ਹੁਣ ਮੰਨ ਲਓ ਜਿਨ੍ਹਾਂ ਨੇ ਕਾਰਜ਼ ਮੈਨੂਫੈਕਚਰ ਕਰਨੀਆਂ ਨੇ, ਉਹਨਾਂ ਨੂੰ ਇੰਜਨ ਦੀ ਲੋੜ ਵੀ ਪੈਂਦੀ ਆ, ਆਇਰਨ ਦੀ ਲੋੜ ਵੀ ਪੈਂਦੀ ਆ, ਉਹਨਾਂ ਨੂੰ ਟਾਇਰਸ ਦੀ ਲੋੜ ਵੀ ਪੈਂਦੀ ਹੈ। ਤਾਂ ਇਹਨਾਂ ਕੰਪਨੀਜ਼ ਨਾਲ ਡੀਲ ਕਰਕੇ ਤਾਂ ਉਹ ਉਹਨਾਂ ਤੋਂ ਮਾਲ ਮੰਗਵਾਉਂਦੀਆਂ ਨੇ। ਯਾਨੀ ਕਿ ਜਦੋਂ ਇੱਕ ਬਿਜ਼ਨਸ ਦੂਜੇ ਬਿਜ਼ਨਸ ਨਾਲ ਲੈਣ ਦੇਣ ਕਰਦੇ, ਮਤਲਬ ਗਾਹਕ ਨੂੰ ਨਹੀਂ ਵੇਚਦਾ, ਬਿਜ਼ਨਸ ਨੂੰ ਹੀ ਸਮਾਨ ਜਦੋਂ ਵੇਚਦਾ ਗਾ, ਤਾਂ ਉੱਥੇ ਕਿਹੜਾ ਈ ਕਮਰਸ ਯੂਜ਼ ਹੁੰਦਾ, B2B। ਥਰਡ ਆਉਂਦਾ ਜੀ C2C। ਹੁਣ ਕੰਜ਼ਿਊਮਰ ਟੂ ਕੰਜ਼ਿਊਮਰ ਵੀ ਵੈਬਸਾਈਟ ਚੱਲ ਰਹੀਆਂ ਨੇ। ਤੁਹਾਡੇ ਧਿਆਨ 'ਚ ਹੋਵੇ OLX, ਜਿਹੜੀ OLX ਹੈ ਉਹਦੇ ਵਿੱਚ ਕੰਜ਼ਿਊਮਰਸ ਆਪਣੇ ਪੁਰਾਣੀਆਂ ਚੀਜ਼ਾਂ ਨੂੰ ਜਾਂ ਕੁਝ ਕਈ ਤਾਂ ਨਵੀਆਂ ਵੀ ਪਾਉਂਦੇ ਨੇ ਘਰੇ ਪਈਆਂ ਹੁਣ, ਤਾਂ ਉਹ ਵੇਚਣ ਵਾਸਤੇ ਲਗਾ ਦਿੰਦੇ ਨੇ। ਇਹਦਾ ਮਤਲਬ ਉਹੀ ਉਹਨੂੰ ਖਰੀਦਣਗੇ ਜਿਹਨਾਂ ਨੂੰ ਲੋੜ ਹੋਏਗੀ। ਯਾਨੀ ਕਿ ਇਹ ਸਾਈਟ ਇੱਕ ਕੰਜ਼ਿਊਮਰ ਟੂ ਕੰਜ਼ਿਊਮਰ ਸਾਈਟ ਹੈ,
ठीक है, ये वाला ई बिजनेस होंगे। फोर्थ आ गया जी पीर टू पीर, P2P। ਇਸ ਵਿੱਚ ਕੀ ਹੁੰਦਾ ਹੈ ਕਿ ਇੰਟਰਨੈਟ ਦੇ ਨਾਲ ਇਹ ਬਹੁਤ ਇਫੈਕਟਿਵ ਵੇ ਨਾਲ ਮਤਲਬ ਅਪਰੂਵ ਹੋਈ ਹੈ। ਇਹਦੇ ਵਿੱਚ ਕੀ ਹੁੰਦਾ, ਟੈਕਨੋਲੋਜੀ ਨੂੰ ਯੂਜ਼ ਕਰਕੇ ਈ ਕੋਮਰਸ ਬਿਨਾਂ ਕਿਸੇ ਵੈਬ ਸਰਵਰ ਨੂੰ ਯੂਜ਼ ਕੀਤੇ ਆਪਣੀਆਂ ਫਾਈਲਸ ਨੂੰ ਕੰਪਿਊਟਰ ਦੇ ਵਿੱਚ ਈਜ਼ੀਲੀ ਸੈਂਡ ਕਰ ਸਕਦੀ ਹੈ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਪੀਅਰ ਟ੍ਰਾਂਜਿਸਟ ਇੰਟਰਨੈਟ ਇੱਕ ਅਜਿਹੀ ਕਿਸਮ ਹੈ ਜਿਹਦੇ ਵਿੱਚ ਨੈਟਵਰਕ ਪ੍ਰੋਗਰਾਮ ਵਰਤ ਕੇ ਕੰਪਿਊਟਰ ਆਪਣੇ ਯੂਜ਼ਰਸ ਨੂੰ ਦੂਸਰੇ ਕੰਪਿਊਟਰਸ ਤੱਕ ਆਪਣੀਆਂ ਡਰਾਈਵਸ, ਆਪਣੀਆਂ ਫਾਈਲਸ ਜਿਹੜੀਆਂ ਨੇ ਉਹ ਸੈਂਡ ਕਰ ਸਕਦੇ ਨੇ। ਨੈਪਸਟਰ ਜਿਹੜੀ ਹੈ ਇੱਕ ਇਹਦੀ ਐਗਜ਼ਾਮਪਲ ਹੈ P2P ਦੀ। ਨੈਕਸਟ ਆਉਂਦਾ ਜੀ ਗਵਰਨਮੈਂਟ ਟੂ ਬਿਜ਼ਨਸ। ਹੁਣ ਇਹ ਜਿਹੜੀ ਵੈਬਸਾਈਟ ਕਿਹਨਾਂ ਵਾਸਤੇ ਹੋਏਗੀ, ਜਿਹਦੇ ਵਿੱਚ ਗਵਰਨਮੈਂਟ ਜਿਹੜੇ ਨੇ ਉਹ ਬਿਜ਼ਨਸ ਨਾਲ ਡੀਲ ਕਰਨਗੇ। ਅਜਿਹੀਆਂ ਵੈਬਸਾਈਟਸ ਦੇ ਉੱਤੇ ਜਿਵੇਂ ਬੋਲੀ, ਟੈਂਡਰਸ, ਕੋਈ ਐਪਲੀਕੇਸ਼ਨ ਸਬਮਿਟ ਕਰਵਾਉਣੀਆਂ ਨੇ ਤਾਂ ਉਹ ਵਾਲੀਆਂ ਵੈਬਸਾਈਟਸ ਕਿਹੜੀਆਂ ਯੂਜ਼ ਹੁੰਦੀਆਂ ਨੇ, ਗਵਰਨਮੈਂਟ ਟੂ ਬਿਜ਼ਨਸ। ਠੀਕ ਹੈ, ਗਵਰਨਮੈਂਟ ਇੱਕ ਵੈਬਸਾਈਟ ਕ੍ਰੀਏਟ ਕਰੇਗੀ, ਬਿਜ਼ਨਸ ਉਹਦੇ ਨਾਲ ਲੈਣ ਦੇਣ ਕਰੇਗੀ। ਗਵਰਨਮੈਂਟ ਟੂ ਸਿਟੀਜ਼ਨ, ਸਿਰਫ ਇੱਥੇ ਹੁਣ ਬਿਜ਼ਨਸ ਆਰਗੇਨਾਈਜੇਸ਼ਨ ਦੀ ਜਗ੍ਹਾ 'ਤੇ ਕੌਣ ਆ ਜਾਏਗਾ, ਸਿਟੀਜ਼ਨਸ ਆ ਜਾਣਗੇ। ਠੀਕ ਹੈ, ਨੈਕਸਟ ਆ ਗਿਆ ਗਵਰਨਮੈਂਟ ਟੂ ਗਵਰਨਮੈਂਟ। ਹੁਣ ਦੇਖੋ ਗਵਰਨਮੈਂਟ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟਸ ਬਣੇ ਨੇ, ਜਦੋਂ ਉਹਨਾਂ ਨੇ ਆਪਸ 'ਚ ਕੋਈ ਲੈਣ ਦੇਣ ਕਰਨਾ ਹੁੰਦਾ ਤਾਂ ਉਹ ਕਿਹੜੀ ਵੈਬਸਾਈਟ ਯੂਜ਼ ਕਰਨਗੇ, ਗਵਰਨਮੈਂਟ ਟੂ ਗਵਰਨਮੈਂਟ। ਨੈਕਸਟ ਟੌਪਿਕ ਆਉਂਦਾ ਹੈ ਜੀ ਪ੍ਰੋਕਸੀ ਸਰਵਿਸ। ਠੀਕ ਹੈ, ਪ੍ਰੋਕਸੀ ਸਰਵਿਸ ਜਿਹੜੀਆਂ ਨੇ ਇਹ ਵੀ ਸਰਵਰ ਦੁਆਰਾ ਹੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ। ਇਹਦੇ ਵਿੱਚ ਕੀ ਹੁੰਦਾ, ਇੱਕ ਵੈਬ ਬਰਾਊਜ਼ਰ ਹੁੰਦਾ ਅਤੇ ਇੱਕ ਅਸਲੀ ਸਰਵਰ ਹੁੰਦਾ। ਕੋਈ ਵੀ ਜਦੋਂ ਆਪਾਂ ਇਨਫੋਰਮੇਸ਼ਨ ਜਾਂ ਕੋਈ ਵੀ ਐਪਲੀਕੇਸ਼ਨ ਮਤਲਬ ਬੇਨਤੀ ਦਿੰਦੇ ਹਾਂ ਤਾਂ ਪਹਿਲਾਂ ਅਸਲੀ ਸਰਵਰ ਕੋਲ ਜਾਂਦੀ ਹੈ। ਅਸਲੀ ਸਰਵਰ ਜਿਹੜਾ ਆ, ਠੀਕ ਹੈ, ਅਸਲੀ ਸਰਵਰ ਲਈ ਆਉਂਦੀ ਹੈ ਪਹਿਲਾਂ, ਮਤਲਬ ਜੋ ਵੀ ਆਪਾਂ ਇਨਫੋਰਮੇਸ਼ਨ ਭੇਜਦੇ ਹਾਂ। ਜਿਹੜਾ ਪ੍ਰੋਕਸੀ ਸਰਵਰ ਹੁੰਦਾ ਉਸ ਇਨਫੋਰਮੇਸ਼ਨ ਨੂੰ ਆਪਣੇ ਤੌਰ 'ਤੇ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਗਾ। ਜੇ ਨਹੀਂ ਸੋਲਵ ਹੁੰਦੀ ਤਾਂ ਉਹਨੂੰ ਅਸਲ ਸਰਵਰ ਦੇ ਕੋਲ ਸੈਂਡ ਕਰ ਦਿੰਦਾ। ਜਦੋਂ ਵੀ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੈ ਤਾਂ ਜਿਹੜਾ ਪ੍ਰੋਕਸੀ ਸਰਵਰਸ ਹੈ ਉਹਨਾਂ ਯੂਜ਼ਰਸ ਦੀ ਜਿਹੜੀ ਕੰਮ ਕਰਨ ਦੀ ਕੁਸ਼ਲਤਾ ਹੈ ਉਹਨੂੰ ਇੰਪਰੂਵ ਕਰਦੇ ਨੇ। ਇਹਨੂੰ ਯੂਜ਼ ਕਰਕੇ ਉਹ ਕੋਈ ਵੀ ਮਤਲਬ ਜਿਹੜਾ ਕੋਈ ਵੇਸਟ ਟਾਈਮ ਹੈ ਉਹਨੂੰ ਵੇਸਟ ਨਹੀਂ ਹੋਣ ਦਿੰਦੇ ਹੈਗੇ। ਠੀਕ ਹੈ, ਮਤਲਬ ਇਹ ਹੈ ਕਿ ਜਿਹੜਾ ਪ੍ਰੋਕਸੀ ਸਰਵਰ ਹੈ ਇੱਕ ਤਰ੍ਹਾਂ ਦਾ ਫਿਲਟਰ ਦੀ ਤਰ੍ਹਾਂ ਹੀ ਕੰਮ ਕਰਦਾ ਗਾ। ਨੈਕਸਟ ਟੌਪਿਕ ਹੈਗਾ ਰਾਜੇ ਕਿ ਈ ਕੋਮਰਸ ਨੂੰ ਯੂਜ਼ ਕਰਦੇ ਸਮੇਂ ਕਿਹੜੀਆਂ ਪ੍ਰੀਕਾਸ਼ਨਸ ਯਾਨੀ ਕਿ ਸਾਵਧਾਨੀਆਂ ਦੀ ਧਿਆਨ ਰੱਖਣਾ ਪੈਂਦਾ, ਕਿਉਂਕਿ ਦੇਖੋ ਔਨਲਾਈਨ ਬਿਜ਼ਨਸ ਕਰਨ ਦੇ ਵਿੱਚ ਬਹੁਤ ਸਾਰੇ ਮਤਲਬ ਖਤਰੇ ਜਿਹੜੇ ਨੇ ਉਹ ਹੁੰਦੇ ਨੇ, ਜਿਵੇਂ ਕੋਈ ਚੋਰੀ, ਧੋਖਾ, ਲੁੱਟ, ਕੋਈ ਜਿਹੜੀ ਚੀਜ਼ ਦਿਖਾਈ ਹੈ ਉਹ ਨਹੀਂ ਹੋ ਰਹੀ, ਕੋਈ ਹੈਕ ਕਰਨ ਦੀ ਪੋਸੀਬਿਲਿਟੀ, ਮਤਲਬ ਬਹੁਤ ਸਾਰੇ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਮਤਲਬ ਈ ਕੋਮਰਸ ਦੇ ਵਿੱਚ ਆਪਾਂ ਨੂੰ ਆਉਂਦੀਆਂ ਨੇ। ਠੀਕ ਹੈ, ਅਤੇ ਉਹਦੇ ਵਾਸਤੇ ਕਿਹੜੀਆਂ ਸਾਵਧਾਨੀਆਂ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲਾਂ ਆਉਂਦਾ ਜੀ ਅਸੈਸ, ਕੰਟਰੋਲ, ਔਥੈਂਟੀਕੇਸ਼ਨ। ਤੁਸੀਂ ਜਿਹੜੀ ਵੀ ਵੈਬਸਾਈਟ ਨੂੰ ਓਪਨ ਕਰਨਾ ਪਹਿਲਾਂ ਉਹ ਔਥੋਰਾਈਜ਼ਡ ਵੈਬਸਾਈਟ ਹੋਣੀ ਚਾਹੀਦੀ ਹੈ। ਦੂਸਰੇ ਨੰਬਰ 'ਤੇ ਫਾਇਰਵਾਲਸ। ਤੁਹਾਨੂੰ ਜਿਹੜੀਆਂ ਫਾਇਰਵਾਲਸ ਨੇ ਇਹ ਜਿਹੜੀਆਂ ਮਤਲਬ ਵਾਇਰਸ ਹੈ ਉਹਨੂੰ ਬਚਾਉਣ ਦੇ ਵਿੱਚ ਕੰਮ ਕਰਦੀਆਂ ਨੇ। ਮਤਲਬ ਜਦੋਂ ਤੁਸੀਂ ਨੈੱਟ ਨੂੰ ਯੂਜ਼ ਕਰਦੇ ਹੋ ਅਤੇ ਜਿਹੜੀਆਂ ਫਾਇਰਵਾਲਸ ਨੇ ਇਹ ਜਿਹੜੀਆਂ ਹੈਕ ਕਰਨ ਵਾਲੀਆਂ ਵਾਇਰਸ ਜਾਂ ਕੋਈ ਹੈਕ ਕਰਨ ਦੇ ਜਿਹੜੇ ਜ਼ਰੀਏ ਹੁੰਦੇ ਨੇ ਉਹਨਾਂ ਨੂੰ ਘਟਾਉਣ ਦੇ ਵਿੱਚ ਹੈਲਪ ਕਰਦੀਆਂ ਨੇ ਫਾਇਰਵਾਲਸ, ਉਹਨੂੰ ਯੂਜ਼ ਕਰੋ। ਠੀਕ ਹੈ, ਇਸ ਤੋਂ ਇਲਾਵਾ ਜੇਕਰ ਔਨਲਾਈਨ ਟ੍ਰਾਂਜੈਕਸ਼ਨਸ ਕਰਨੀਆਂ ਤਾਂ ਵਾਇਰਸ ਸਕੈਨਰਸ ਜਿਹੜਾ ਉਹ ਵੀ ਡਾਊਨਲੋਡ ਕਰੋ। ਜਿਵੇਂ ਤੁਹਾਨੂੰ ਬਹੁਤ ਸਾਰੇ ਵਾਇਰਸ ਸਕੈਨਰ ਜਿਹੜੇ ਨੇ ਆਪਣੇ, ਜਿਵੇਂ ਐਂਟੀ ਵਾਇਰਸ ਹੈਗਾ ਗਾ, ਠੀਕ ਆ, ਪਾਂਡਾ ਹੈਗਾ ਗਾ, MCFE ਹੈਗਾ ਗਾ, ਇਹ ਸਾਰੇ ਕਾਹਦੇ ਵਾਸਤੇ ਨੇ, ਵਾਇਰਸ ਨੂੰ ਸਕੈਨ ਕਰਨ ਵਾਸਤੇ। ਇਨਕ੍ਰਿਪਸ਼ਨ ਦਾ ਮਤਲਬ ਹੁੰਦਾ ਕਿ ਜਦੋਂ ਤੁਸੀਂ ਆਪਣੇ ਡਾਟਾ ਨੂੰ ਕਿਸੇ ਕੋਡ ਦੇ ਵਿੱਚ ਕਨਵਰਟ ਕਰਦੇ ਹੋ, ਠੀਕ ਹੈ, ਅਤੇ ਇਹਦੇ ਨਾਲ ਕੀ ਹੋਏਗਾ, ਉਹ ਕੋਡ ਦੀ ਵਰਡਿੰਗ ਸਿਰਫ ਤੁਹਾਨੂੰ ਪਤਾ ਹੋਏਗੀ, ਕਿਤੇ ਕਿ ਰਿਸੀਵਰ ਨੂੰ ਪਤਾ ਹੋਏਗੀ। ਜੇ ਮੰਨ ਲਓ ਕੋਈ ਹੈਕ ਵੀ ਕਰਦਾ ਉਸ ਡਾਟਾ ਨੂੰ ਤਾਂ ਉਹਨੂੰ ਈਜ਼ੀਲੀ ਰੀਡ ਨਹੀਂ ਕਰ ਸਕਦਾ ਗਾ। ਨੈਕਸਟ ਆ ਗਿਆ ਕੌਨਫੀਡੈਂਸ਼ਲੀ ਔਰ ਪਾਸਵਰਡ। ਆਪਣਾ ਪਾਸਵਰਡ ਆਪਣੇ ਤੱਕ ਸੀਮਤ ਰੱਖੋ ਤਾਂ ਜ਼ਿਆਦਾ ਬਿਹਤਰ ਹੈ। ਜੇ ਕਿਸੇ ਹੋਰ ਨੂੰ ਦੱਸੋਗੇ ਤੁਹਾਡਾ ਜਿਹੜਾ ਡਾਟਾ ਹੈਕ ਹੋਣ ਦਾ ਡਰ ਰਹਿੰਦਾ ਗਾ। ਉਸ ਤੋਂ ਬਾਅਦ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਨੰਬਰ। ਠੀਕ ਹੈ, ਜਦੋਂ ਵੀ ਤੁਸੀਂ ਈਮੇਲ ਕਰਦੇ ਹੋ ਆਪਣਾ ਡੈਬਿਟ ਕਾਰਡ, ਕ੍ਰੈਡਿਟ ਕਾਰਡ ਨੰਬਰ ਜਿਹੜਾ ਜਿਹਦਾ ਪਿਨ ਕੋਡ ਬੇਸਿਕਲੀ ਜਾਂ OTP ਵਗੈਰਾ ਹੁੰਦਾ ਉਹ ਆਪਣਾ ਕਿਸੇ ਨਾਲ ਵੀ ਸਾਂਝਾ ਨਾ ਕਰੋ। ਨੈਕਸਟ ਆ ਗਿਆ ਅਨਇੰਟਰਪਟਡ ਪਾਵਰ ਸਪਲਾਈ। ਮਤਲਬ ਕੀ ਹੈ ਕਿ ਜਿਹੜੀ ਬਿਜਲੀ ਦੀ ਸਪਲਾਈ ਆ ਤੁਹਾਨੂੰ ਲਗਾਤਾਰ ਮਿਲਣੀ ਚਾਹੀਦੀ ਹੈ, ਕਿਉਂਕਿ ਕਈ ਵਾਰੀ ਕੀ ਹੁੰਦਾ ਤੁਸੀਂ ਔਡਰ ਕਰ ਰਹੇ ਹੁੰਦੇ ਕੋਈ ਚੀਜ਼ ਤਾਂ ਲਾਈਟ ਚਲੀ ਜਾਂਦੀ ਹੈ, ਲਾਈਟ ਚਲੇ ਜਾਣ ਨਾਲ ਉਹ ਚੀਜ਼ ਉੱਥੇ ਹੀ ਸਟੋਪ ਹੋ ਜਾਂਦੀ ਹੈ, ਜਾਂ ਤੁਸੀਂ ਹਜੇ ਕੁਛ ਔਡਰ ਕੀਤਾ ਨਹੀਂ ਹੁੰਦਾ, ਉਹ ਬਾਏ ਚਾਂਸ ਔਡਰ ਹੋ ਸਕਦਾ ਜਾਂ ਕੁਛ ਵੀ ਹੋ ਸਕਦਾ, ਐਨੀ ਪੋਸੀਬਿਲਿਟੀ। ਤਾਂ ਹਮੇਸ਼ਾ ਇਹ ਰੱਖੋ ਕਿ ਪਾਵਰ ਦੀ ਸਪਲਾਈ ਚੱਲਦੀ ਰਹੇ, ਬੰਦ ਨਾ ਹੋਵੇ। ਠੀਕ ਹੈ ਜੀ, ਇਹ ਕੁਛ ਕੁ ਮਤਲਬ ਹੈਗੀਆਂ ਸੀਗੀਆਂ ਜਿਹਦੇ ਨਾਲ ਤੁਸੀਂ ਆਪਣਾ ਜਿਹੜਾ ਈ ਕੋਮਰਸ ਉਹਨੂੰ ਸਾਵਧਾਨੀ ਨਾਲ ਯੂਜ਼ ਕਰ ਸਕਦੇ ਹੋ। ਅਗਲਾ ਟੌਪਿਕ ਆਉਂਦਾ ਦੇਖੋ ਜਿਹੜਾ ਇਫੈਕਟ ਔਨ ਡੈਮੋਸਟ੍ਰੇਸ਼ਨ ਆਫ ਕਰੰਸੀ ਨੋਟ।
ठीक है। ऑन ई बिजनेस ये ਜਿਹੜਾ टॉपिक है ना ये स्टेटस के उत्ते राजे। इस तो इलावा राजे नैक्सट जो टॉपिक आता है दैट इज़ करंट स्टेटस ऑफ ई कॉमर्स इन इंडिया, वो थोड़े सिलेबस 'ਚ है, बाकी सारे डिलीट हो चुके हैं। करंट स्टेटस ਦੇ ਵਿੱਚ राजे ਤੁਸੀਂ ਆਹੀ ਲਿਖਣਾ ਗਾ स्टेट ऑफ ई कॉमर्स इन इंडिया, अगला चैप्टर ਜਿਹੜਾ ਬਣਿਆ ਹੋਇਆ ਇਹਦੇ ਵਿੱਚ ਸਿੰਪਲ ਚੀਜ਼ਾਂ ਹੀ ਨੇ, ਤੁਸੀਂ ਆਪਣੇ ਆਪ ਵੀ ਕਰ ਲਓਗੇ। ਜਿਵੇਂ ਦੇਖੋ ਹੁਣ ਔਨਲਾਈਨ ਸ਼ਾਪਿੰਗ ਅੱਜ ਕੱਲ੍ਹ ਇੰਡੀਆ ਦੇ ਵਿੱਚ ਕੀ ਹੋਣ ਲੱਗ ਗਈ ਹੈ, ਔਨਲਾਈਨ ਸ਼ਾਪਿੰਗ ਹੋਣ ਲੱਗ ਗਈ ਹੈ, ਲੋਕ ਜਾਗਰੂਕ ਹੋ ਗਏ ਨੇ ਕਿਵੇਂ ਕਰੀਦੀ ਆ ਔਨਲਾਈਨ ਸ਼ਾਪਿੰਗ, ਕਿਵੇਂ ਈ ਪੇਮੈਂਟ ਹੁੰਦੀ ਹੈ, ਸਾਰਾ ਕੁਝ ਠੀਕ ਹੈ। B2B ਬਿਜ਼ਨਸ ਜਿਹੜਾ ਉਹ ਵੀ ਇੰਡੀਆ ਦੇ ਵਿੱਚ ਚੱਲ ਰਿਹਾ ਹੈਗਾ, ਦੇਖੀਏ B2B ਬਿਜ਼ਨਸ ਨਾਲ ਲੈਣ ਦੇਣ ਕਰ ਰਿਹਾ ਹੈਗਾ। ਈ ਸਟੈਂਪਿੰਗ, ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਹੋਰ ਕਿਹੜੀ ਪ੍ਰਣਾਲੀ ਲਾਗੂ ਕੀਤੀ ਹੈ, ਈ ਸਟੈਂਪਿੰਗ ਦੀ। ਹੁਣ ਦੇਖੋ ਈ ਸਟੈਂਪਿੰਗ ਦਾ ਮਤਲਬ ਕਿ ਔਨਲਾਈਨ ਇੱਕ ਸਟੈਂਪ ਬਣ ਜਾਂਦੀ ਹੈ ਜਦੋਂ ਵੀ, ਕਿਉਂਕਿ ਕੰਪਨੀ ਆ ਉਹ ਕਦੇ ਵੀ ਸਾਈਨ ਨਹੀਂ ਕਰਦੀ, ਆਪਣੀ ਸਾਈਨ ਦੀ ਜਗ੍ਹਾ 'ਤੇ ਸਟੈਂਪ ਲਗਾਉਂਦੀ ਆ, ਤਾਂ ਉਹ ਈ ਸਟੈਂਪਿੰਗ ਵੀ ਔਨਲਾਈਨ ਜਿਹੜੀ ਆ ਉਹ ਤਿਆਰ ਹੋ ਸਕਦੀ ਹੈ, ਜਿਹਦੇ ਕਰਕੇ ਕੋਈ ਵੇਟ ਕਰਨ ਦੀ ਲੋੜ ਨਹੀਂ ਪੈਂਦੀ। ਫਿਰ ਆ ਗਿਆ ਜੀ ਈ ਬੈਂਕਿੰਗ ਇਨ ਰੂਰਲ ਏਰੀਆ। ਪੰਜਾਬ ਦੇ ਵਿੱਚ ਈ ਕਾਮਰਸ ਨੇ ਕੀ ਕਰ ਦਿੱਤਾ ਗਿਆ, ਪਿੰਡਾਂ ਦੇ ਖੇਤਰਾਂ ਦੇ ਵਿੱਚ ਈ ਬੈਂਕਿੰਗ ਦੇ ਫੈਸਿਲਿਟੀਜ਼ ਨੂੰ ਵੀ ਪ੍ਰੋਵਾਈਡ ਕਰ ਦਿੱਤਾ ਗਿਆ ਹੈਗਾ, ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਈ ਵਾਲਟ ਜਾਂ ਈ ਐਮ ਪੇਮੈਂਟ ਜਿਹਨੂੰ ਬੋਲਦੇ ਆ, ਠੀਕ ਹੈ। ਇਹਦਾ ਮਤਲਬ ਇਹ ਹੈ ਕਿ ਇੰਡੀਆ ਦੇ ਹੁਣ ਲੋਕ ਜਿਹੜੇ ਨੇ ਉਹ ਘਰ ਬੈਠੇ ਹੀ ਮੋਬਾਈਲ ਦੇ ਉੱਤੇ ਆਪਣੀ ਪੇਮੈਂਟਸ ਜਿਹੜੀਆਂ ਕਰ ਸਕਦੇ ਨੇ, ਠੀਕ ਹੈ। ਬਹੁਤ ਸਾਰੀਆਂ ਬੈਂਕਸ ਹੈਗੀਆਂ ਨੇ ਜਿਨ੍ਹਾਂ ਨੇ ਇਹ 'ਚ ਫੈਸਿਲਿਟੀਜ਼ ਜਿਹੜੀਆਂ ਪ੍ਰੋਵਾਈਡ ਕਰਵਾਈਆਂ, ਜਿਵੇਂ HDFC ਬੈਂਕ ਕ੍ਰੈਡਿਟ ਫੈਸਿਲਿਟੀਜ਼, ਕ੍ਰੈਡਿਟ ਕਾਰਡ ਦੀ ਫੈਸਿਲਿਟੀ ਹੁੰਦੀ ਆ, ਮਹਿੰਦਰਾ ਕੋਟਕ ਬੈਂਕ ਹੋ ਗਿਆ, ਐਕਸਿਸ ਬੈਂਕ, ਬਹੁਤ ਸਾਰੀਆਂ ਬੈਂਕਸ ਨੇ, ਠੀਕ ਹੈ, ਜਿਨ੍ਹਾਂ ਨੇ ਇਸ ਤਰੀਕੇ ਦੀ ਫੈਸਿਲਿਟੀਜ਼ ਜਿਹੜੀਆਂ ਨੇ ਉਹ ਔਨਲਾਈਨ ਪੇਮੈਂਟ ਕਰਨ ਦੀਆਂ ਪ੍ਰੋਵਾਈਡ ਕਰਵਾਈਆਂ ਨੇ। ਇਸ ਤੋਂ ਬਾਅਦ ਆ ਗਿਆ ਜੀ ਇਲੈਕਟ੍ਰੋਨਿਕ ਬਿੱਲ ਪੇਮੈਂਟ ਮਸ਼ੀਨ। ਇਸ ਤੋਂ ਇਲਾਵਾ ਜੇ ਤੁਸੀਂ ਮੰਨ ਲਓ ਬਿਜਲੀ ਦਾ ਬਿੱਲ ਭਰਨਾ ਆ, ਜਾਂ ਕੋਈ ਪਾਣੀ ਦਾ ਬਿੱਲ ਭਰਨਾ ਹੈਗਾ, ਜਾਂ ਕੋਈ ਟੈਲੀਫੋਨ ਦਾ ਬਿੱਲ ਤੁਸੀਂ ਘਰੇ ਬੈਠੇ ਆਰਾਮ ਨਾਲ ਆਪਣੇ ਫੋਨ ਦੇ ਉੱਤੋਂ ਭਰ ਸਕਦੇ ਆ। ਇੰਡੀਆ ਦੇ ਵਿੱਚ ਅਜਿਹੀਆਂ ਫੈਸਿਲਿਟੀਜ਼ ਵੀ ਰੈਡੀ ਹੋ ਚੁੱਕੀਆਂ ਨੇ। ਇਸ ਤੋਂ ਇਲਾਵਾ ਆ ਗਿਆ ਰੀਅਲ ਇਸਟੇਟ ਬਿਜ਼ਨਸ ਥਰੂ ਇੰਟਰਨੈਟ। ਤੁਸੀਂ ਇੰਟਰਨੈਟ ਦੇ ਥਰੂ ਕੋਈ ਵੀ ਰੀਅਲ ਇਸਟੇਟ, ਯਾਨੀ ਕਿ ਤੁਸੀਂ ਇੱਕ ਨਵਾਂ ਘਰ ਖਰੀਦਣਾ ਚਾਹੁੰਦੇ ਹੋ ਜਾਂ ਨਵਾਂ ਘਰ ਲੱਭ ਰਹੇ ਹੋ, ਤਾਂ ਤੁਸੀਂ ਇੰਟਰਨੈਟ ਦੇ ਥਰੂ ਉਹ ਆਪਣਾ ਪਸੰਦ ਦਾ ਘਰ ਆਪਣੇ ਰੇਟ ਦੇ ਅਕੋਰਡਿੰਗ ਫਾਈਂਡ ਕਰ ਸਕਦੇ ਹੋ। ਇਹ ਗਵਰਨੈਂਸ ਦਾ ਮਤਲਬ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੀ ਹੈ, ਜਿਹਦੇ ਵਿੱਚ ਆਪਾਂ ਗਵਰਨਮੈਂਟ ਨਾਲ ਮੇਨ ਲੈਣ ਦੇਣ ਕਰ ਸਕਦੇ ਹਾਂ। ਸਿਰਫ ਉਹੀ ਵੈਬਸਾਈਟਸ ਨੂੰ ਹੀ ਤੁਸੀਂ ਓਪਨ ਕਰਨਾ ਜਿਹੜੀਆਂ ਆਲਰੇਡੀ ਈ ਗਵਰਨੈਂਸ ਵੱਲੋਂ ਜਿਨ੍ਹਾਂ ਨੂੰ ਪ੍ਰਵਾਨਗੀ ਮਿਲੀ ਹੋਈ ਹੈ, ਜਾਂ ਮੇਨਲੀ ਜਦੋਂ ਤੁਸੀਂ ਫੀਸ ਵਗੈਰਾ ਪੇਮੈਂਟ ਕਰਨੀ ਹੈ, ਫੀ ਪੇਮੈਂਟ ਕਰਨ ਵੇਲੇ ਹਮੇਸ਼ਾ ਇਹ ਚੀਜ਼ ਚੈੱਕ ਕਰ ਲਓ ਕਿ ਉਹ ਵਾਲੀ ਵੈਬਸਾਈਟ ਨੂੰ ਈ ਗਵਰਨੈਂਸ ਨੇ ਪ੍ਰਵਾਨਗੀ ਦਿੱਤੀ ਹੋਈ ਹੈ, ਠੀਕ ਹੈ। ਨੈਕਸਟ ਆ ਗਿਆ ਡਿਜੀਟਲ ਸਿਗਨੇਚਰ। ਡਿਜੀਟਲ ਸਿਗਨੇਚਰ ਵੀ ਹੁਣ ਜਿੱਥੇ ਤੁਸੀਂ ਆਪਣੇ ਪੈਨ ਨਾਲ ਸਿਗਨੇਚਰ ਕਰਦੇ ਹੋ ਪੇਪਰ ਦੇ ਉੱਤੇ, ਇਸੇ ਤਰ੍ਹਾਂ ਤੁਸੀਂ ਔਨਲਾਈਨ ਵੀ ਸਿਗਨੇਚਰ ਜਿਹੜੇ ਆ ਕਰ ਸਕਦੇ ਹੋ, ਜਿਹਨੂੰ ਆਪਾਂ ਡਿਜੀਟਲ ਸਿਗਨੇਚਰਸ ਕਹਿੰਦੇ ਆ। ਬਸ ਇਹੀ ਥੋੜ੍ਹਾ ਟੌਪਿਕ ਸੀਗਾ ਈ ਕਾਮਰਸ ਦਾ, ਜਿਹੜਾ ਤੁਹਾਨੂੰ ਹੁਣ ਫਾਈਨਲ ਦੇ ਵਿੱਚ ਆਏਗਾ। ਕੋਈ ਵੀ ਰਾਜੇ ਪ੍ਰੋਬਲਮ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ ਰਾਜੇ। ਥੈਂਕ ਯੂ।